ਧਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਅਕਾਲ ਪੁਰਖ ਨੇ। ਸਾਈ ਕਲੜੀ ਘੜੀ ਸੁਲੱਖਣੀ, ਜੋ ਪ੍ਰਭ ਸੰਗ ਬਿਹਾਵੇ, ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਗੁਰੂ ਦਾ ਜਸ ਸੁਣਨਾ ਅਤੇ ਕਰਨ ਦਾ ਯਤਨ ਪਏ ਕਰਦੇ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਨੁੱਖਤਾ ਦੀ ਝੋਲੀ ਦੇ ਵਿੱਚ ਗੁਰੂ ਦਾ ਇੱਕ ਸ਼ਬਦ ਹੀ ਕਰੋੜਾਂ ਬ੍ਰਹਿਮੰਡਾਂ ਦਾ ਗਿਆਨ ਮਨੁੱਖ ਦੀ ਝੋਲੀ ਦੇ ਵਿੱਚ ਪਾਉਂਦਾ ਹੈ। ਤਾਂ ਕਿ ਹਰ ਇੱਕ ਮਨੁੱਖ ਨੂੰ ਆਪਣੀ ਜ਼ਿੰਦਗੀ ਬਾਰੇ, ਤਮਾਮ ਦੁਨੀਆ ਬਾਰੇ ਗਿਆਨ ਹੋਵੇ ਅਤੇ ਆਪਣੀ ਜ਼ਿੰਦਗੀ ਦਾ ਪੂਰਨ ਰੂਪ ਦੇ ਵਿੱਚ ਇਹ ਮਨੁੱਖ ਜਿਹੜਾ ਹੈ ਉਹ ਰਸ ਮਾਣ ਸਕੇ। ਕੁਛ ਗਿਆਨ ਪਰਮਾਤਮਾ ਜੀ ਹਰ ਇੱਕ ਮਨੁੱਖ ਦੀ ਝੋਲੀ ਦੇ ਵਿੱਚ ਪਾਉਂਦੇ ਨੇ। ਪੁਰਾਤਨ ਸਮਿਆਂ ਦੇ ਵਿੱਚ ਜਿਹੜੇ ਮਨੁੱਖ ਬਹੁਤੇ ਪੜ੍ਹੇ ਲਿਖੇ ਹੁੰਦੇ ਸਨ, ਉਹਨਾਂ ਦਾ ਮਾਣ ਸਤਿਕਾਰ ਦੁਨੀਆ ਨੇ ਕੀਤਾ ਹੈ। ਕਿਸੇ ਨੂੰ ਸਿਰਮੌਰ ਪੰਡਤ ਕਹਿ ਕੇ ਪੁਕਾਰਿਆ, ਸਿਰਮੌਰ ਬ੍ਰਾਹਮਣ ਕਹਿ ਕੇ ਪੁਕਾਰਿਆ ਹੈ। ਜਿਹੜਾ ਵੀ ਕੋਈ ਗਿਆਨੀ ਮਨੁੱਖ ਸੀ, ਦੁਨੀਆ ਦੇ ਵਿੱਚ ਉਸ ਦਾ ਬੜਾ ਸਤਿਕਾਰ ਹੋਇਆ ਹੈ। ਪਰ ਬਹੁਤੇ ਮਨੁੱਖਾਂ ਨੇ ਜਦੋਂ ਕੋਈ ਜ਼ਿਆਦਾ ਕਿਸੇ ਨੂੰ ਸਤਿਕਾਰ ਮਿਲ ਜਾਂਦਾ ਹੈ, ਅਕਸਰ ਇਸ ਦੀ ਸਾਂਭ ਸੰਭਾਲ ਕਰਨੀ ਬੜੀ ਔਖੀ ਹੋ ਜਾਂਦੀ ਹੈ ਅਤੇ ਉਹ ਸਾਂਭ ਸੰਭਾਲ ਨਹੀਂ ਹੋਈ। ਉਹਨਾਂ ਗੁਣਾਂ ਦੇ ਸਿਰ 'ਤੇ ਉਹਨਾਂ ਦੇ ਅੰਦਰ ਬਹੁਤਾ ਹੰਕਾਰ ਸੀ ਜਿਹੜਾ ਉਹ ਪੈਦਾ ਹੋ ਗਿਆ, ਅਤੇ ਹੰਕਾਰ ਨੇ ਜਿੰਨੇ ਮਨੁੱਖ ਦੇ ਅੰਦਰ ਗਿਆਨ ਸੀ ਉਹ ਸਾਰੇ ਦੇ ਸਾਰੇ ਨੂੰ ਨਾਸ ਕਰਕੇ ਰੱਖ ਦਿੱਤਾ ਹੈ। ਹੰਕਾਰ ਹੀ ਇੱਕ ਐਸੀ ਵਸਤੂ ਹੈ ਜਿਹੜੀ ਮਨੁੱਖ ਨੂੰ ਅੰਦਰੋਂ ਬਿਲਕੁਲ ਬਾਂਸ ਦੀ ਤਰ੍ਹਾਂ ਖਾਲੀ ਕਰਕੇ ਰੱਖ ਦਿੰਦੀ ਹੈ। ਪੁਰਾਤਨ ਸਮਿਆਂ ਦੇ ਵਿੱਚ ਬਹੁਤੀ ਵਿੱਦਿਆ ਸਮਾਜਿਕ ਲੋਕ ਅਕਸਰ ਪੜ੍ਹਿਆ ਕਰਦੇ ਸਨ, ਅਤੇ ਬਹੁਤੀ ਵਿੱਦਿਆ ਜਿਹੜੀ ਸੀ ਇਹ ਸਿੱਖ ਜਗਤ ਦੇ ਅੰਦਰ ਬਹੁਤ ਛੋਟੀ ਉਮਰ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਛੋਟੀ ਉਮਰ ਦੇ ਵਿੱਚ ਹੀ ਸੰਸਕ੍ਰਿਤੀ, ਫਾਰਸੀ, ਉਰਦੂ ਇਤਿਆਦਿਕ ਜਿਹੜੇ ਸੀ ਇਹ ਗ੍ਰੰਥ ਔਰ ਫਾਰਸੀ ਦੇ ਗ੍ਰੰਥ ਅਡੂ ਰਾਮ ਜੀਆਂ ਤੋਂ ਪੜ੍ਹੇ ਨੇ। ਪੁਰਾਤਨ ਸਮਿਆਂ ਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 52 ਉਪਨਿਸ਼ਦਾਂ ਅਤੇ 1 ਗਾਇਤਰੀ ਦਾ ਮੰਤਰ
ये 108 बनते हैं। ਜਿਹੜਾ ਕੋਈ ਇਹਨਾਂ ਨੂੰ ਪੜ੍ਹ ਲੈਂਦੇ ਸਨ ਉਹਨਾਂ ਨੂੰ 108 ਦੀ ਡਿਗਰੀ ਮਿਲਦੀ ਹੁੰਦੀ ਸੀ ਕਿ ਇਹ ਜਿਹੜੇ ਸਰੀਰ ਹੈ ਇਹਨੇ 108 ਵੇਦ ਸ਼ਾਸਤਰ ਜਿਹੜੇ ਨੇ ਉਹ ਸਾਰੇ ਪੜ੍ਹੇ ਹੋਏ ਨੇ। ਉਹਨਾਂ ਨੂੰ ਇਹ ਡਿਗਰੀ ਮਿਲਦੀ ਸੀ। ਜਿਵੇਂ ਬੱਚਾ ਕੋਈ ਡਾਕਟਰ ਦੀ ਡਿਗਰੀ ਕਰਦਾ, ਜਦੋਂ ਪਾਸ ਹੋ ਜਾਂਦਾ ਤੇ ਉਸ ਨੂੰ ਡਿਗਰੀ ਦਾ ਸਰਟੀਫਿਕੇਟ ਮਿਲ ਜਾਂਦਾ ਹੈ। ਇਸੇ ਤਰ੍ਹਾਂ ਇਹ ਜਿਹੜੇ ਕੋਈ ਪੜ੍ਹੇ ਲਿਖੇ ਲੋਕ ਸਨ ਉਹਨਾਂ ਨੂੰ ਇਹ ਡਿਗਰੀਆਂ ਮਿਲਦੀਆਂ ਹੁੰਦੀਆਂ ਸਨ। ਤੇ ਇਹ ਜਿਹੜੇ ਆੜੂ ਰਾਮ ਜੀਆਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਪੜ੍ਹਾਇਆ, ਉਹਨਾਂ ਦਾ ਵੀ ਜਿਹੜਾ ਪਿਛੋਕੜ ਸੀ ਇਹ ਬਹੁਤ ਤਕਰੀਬਨ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਲੰਮੇ ਟਾਈਮ ਤੋਂ ਲੈ ਕੇ ਜੁੜਿਆ ਆ ਰਿਹਾ ਸੀ। ਆੜੂ ਰਾਮ ਦਾ ਬੇਟਾ ਕਿਰਪਾ ਦੱਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਕਸ਼ਮੀਰ ਦੇ ਪੰਡਤਾਂ ਨੂੰ ਲੈ ਕੇ ਆਇਆ ਸੀ ਆਪਣੀ ਅਗਵਾਈ ਦੇ ਵਿੱਚ, ਅਤੇ ਇਹਨੇ ਅੰਮ੍ਰਿਤ ਪਾਨ ਕਰਕੇ ਸਿੱਖ ਸੱਜ ਗਿਆ। ਸਿੱਖ ਸਜਣ ਤੋਂ ਬਾਅਦ ਚਮਕੌਰ ਦੀ ਗੜੀ ਦੇ ਵਿੱਚ ਇਹ ਸ਼ਹੀਦ ਹੋ ਗਿਆ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੋਂ ਲੈ ਕੇ ਬ੍ਰਹਮ ਤੱਤ ਦਾ ਬੇਟਾ ਨਰਾਇਣ ਦੱਤ ਤੇ ਨਰਾਇਣ ਦੱਤ ਦਾ ਬੇਟਾ ਸੀ ਜਿਹੜਾ ਆੜੂ ਰਾਮ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਮਹਾਰਾਜ ਜੀਆਂ ਨੇ ਉਸ ਵਕਤ ਬ੍ਰਹਮ ਤੱਤ ਦਾ ਸੀ ਜਿਹੜਾ ਉਹਨਾਂ ਨੂੰ ਆਪਣੇ ਬਚਨ ਉਚਾਰਨ ਕੀਤੇ ਸੀ, ਜਿਨ੍ਹਾਂ ਦੀ ਸਦਕਾ ਬਦੌਲਤ ਸਦਕਾ ਇਹ ਲੰਮੇ ਟਾਈਮ ਤੋਂ ਲੈ ਕੇ ਇਹਨਾਂ ਦੀ ਅੰਸ਼ ਵੰਸ਼ ਸੀ ਜਿਹੜੀ ਉਹ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਚੱਲੀ ਆ ਰਹੀ ਸੀ। ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਆੜੂ ਰਾਮ ਜੀਆਂ ਤੋਂ ਵਿਦਿਆ ਪੜ੍ਹੀ। ਕਈ ਪ੍ਰਕਾਰ ਦੀ ਵਿਦਿਆ ਸੀ ਜਿਹੜੀ ਉਹ ਹਾਸਲ ਕੀਤੀ ਗਈ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਕਿਰਪਾ ਦੇ ਨਾਲ। ਛੋਟੀ ਉਮਰ ਦੇ ਵਿੱਚ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਜਸਵੰਤ ਰਾਏ ਚੋਰ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਆਇਆ। ਜਦ ਉਹ ਚੋਰ ਆਇਆ ਨਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਚੋਰ ਕੀ ਹਮ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ, ਸੁਨ ਮਨ ਅੰਧੇ ਕੁੱਤੇ ਕੁੜਿਆਰ, ਬਿਨ ਬੋਲੇ ਬੂਝਿਆ ਸਚਿਆਰ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ ਚੋਰਾਂ ਦੇ ਪ੍ਰਤੀ। ਚੋਰ ਦੇ ਜਸਵੰਤ ਰਾਏ ਚੋਰ ਦੇ ਅੱਖਾਂ ਦੇ ਵਿੱਚੋਂ ਅੱਥਰੂ ਆ ਗਏ। ਮਹਾਰਾਜ, ਤੁਸੀਂ ਤੇ ਮੈਨੂੰ ਪਹਿਚਾਨ ਲਿਆ ਕਿ ਮੈਂ ਕੌਣ ਹਾਂ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਜਸਵੰਤ ਰਾਏ, ਬਾਹਰ ਮਨੁੱਖ ਕੀ ਕਰਦਾ ਹੈ, ਕੀ ਕਰ ਰਿਹਾ ਹੈ, ਕੀ ਕਰੇਗਾ, ਇਹਨਾਂ ਚੀਜ਼ਾਂ ਦਾ ਅੰਦਾਜ਼ਾ ਦੇਖਦੀ ਹੈ ਦੁਨੀਆ, ਅੰਦਾਜ਼ਾ ਲਗਾਉਂਦੀ ਹੈ। ਮਨੁੱਖ ਦੇ ਅੰਦਰ ਦੀ ਜਿਹੜੀ ਸੋਚ ਹੈ, ਅੰਦਰ ਦੀ ਜਿਹੜੀ ਸੋਚਣੀ ਹੈ, ਅੰਦਰ ਕੀ ਕੁਛ ਚੱਲ ਰਿਹਾ ਹੈ, ਇਹਦੀ ਪਹਿਚਾਨ ਕੇਵਲ ਗੁਰੂ ਕਰਦਾ ਹੈ। ਇਹਦੀ ਪਹਿਚਾਨ ਕੇਵਲ ਗੁਰੂ ਕਰਦਾ ਹੈ। ਉਹ ਚੋਰ ਕਹਿਣ ਲੱਗਿਆ, ਮਹਾਰਾਜ
ਜੇ ਤੁਹਾਨੂੰ ਸਭ ਕੁਝ ਪਤਾ ਹੀ ਲੱਗ ਗਿਆ ਤੇ ਹੁਣ ਤੁਸੀਂ ਮੇਰੇ ਤੇ ਰਹਿਮਤ ਕਰ ਦਿਓ। ਹੁਣ ਤੁਸੀਂ ਆਪ ਜੀ ਰਹਿਮਤ ਕਰੋ। ਇਤਿਹਾਸ ਭਰਿਆ ਪਿਆ ਠੱਗਾਂ ਨੂੰ, ਚੋਰਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਘਰ ਦੇ ਵਿੱਚ ਪਨਾਹ ਮਿਲੀ ਹੈ। ਠੱਗ ਨੂੰ ਗੁਰੂ ਨਾਨਕ ਮਹਾਰਾਜ ਜੀ ਮਿਲੇ, ਉਹਨੂੰ ਸੱਜਣ ਬਣਾ ਦਿੱਤਾ। ਇਸੇ ਵੀ ਜਗ੍ਹਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ, ਆਪਣੇ ਕੀਤੇ ਦਾ ਪਛਤਾਵਾ ਤੇ ਤੈਨੂੰ ਹੈ। ਚੱਲ ਤੇਰਾ ਜਿਹੜਾ ਜਨਮ ਹੈ ਇਹ ਸਫਲਾ ਹੋ ਜਾਊਗਾ। ਹੁਣ ਇੱਥੇ ਇੱਕ ਪੁਆਇੰਟ ਖੜਾ ਹੈ, ਕਿਉਂਕਿ ਅਸੀਂ ਕੇਵਲ ਤੇ ਕੇਵਲ ਇਤਿਹਾਸ ਦੀਆਂ ਸਾਖੀਆਂ ਸੁਣ ਲੈਂਦੇ ਹਾਂ ਕਿ ਚੋਰ ਨੂੰ ਸੰਤ ਬਣਾ ਦਿੱਤਾ, ਠੱਗ ਨੂੰ ਸੱਜਣ ਬਣਾ ਦਿੱਤਾ। ਪਰ ਇੱਥੇ ਇੱਕ ਪੁਆਇੰਟ ਜਨਮ ਲੈਂਦਾ ਹੈ ਕਿ ਜਿਹੜੇ ਚੋਰ ਨੇ, ਭਾਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਕਿ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰਾਂ ਨੂੰ ਸੱਜਣ ਬਣਾਇਆ ਜਾ ਸਕਦਾ ਹੈ, ਸੰਤ ਬਣਾਇਆ ਜਾ ਸਕਦਾ ਹੈ, ਫਕੀਰ ਬਣਾਇਆ ਜਾ ਸਕਦਾ ਹੈ, ਕਿਉਂਕਿ ਉਹ ਚੋਰ ਨੇ। ਉਹ ਜਿਹੜੇ ਚੋਰ ਨੇ ਉਹਨਾਂ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ ਕਿ ਤੁਸੀਂ ਇੰਝ ਨਾ ਕਰੋ, ਇਹ ਕਰਮ ਮਾੜਾ ਕਰਮ ਹੈ, ਤੁਸੀਂ ਨਾ ਕਰੋ ਦੁਨੀਆ ਦੇ ਵਿੱਚ। ਤੇ ਬਹੁਤ ਸਾਰੇ ਚੋਰ ਐਸੇ ਵੀ ਨੇ ਜਿਹੜੇ ਗੱਲ ਨੂੰ ਮੰਨ ਵੀ ਜਾਂਦੇ ਨੇ। ਇੱਕ ਤੇ ਚੋਰ ਹੈ ਜਿਹਨੂੰ ਸੰਤ ਬਣਾਇਆ ਜਾ ਸਕਦਾ ਹੈ, ਗਿਆਨੀ ਬਣਾਇਆ ਜਾ ਸਕਦਾ ਹੈ, ਉਹਨੂੰ ਆਪਣੇ ਕੋਲ ਪਨਾਹ ਦਿੱਤੀ ਜਾ ਸਕਦੀ ਹੈ। ਇੱਕ ਮਨੁੱਖ ਗਿਆਨੀ ਹੈ, ਬੜਾ ਵੱਡਾ ਵਿਦਵਾਨ ਹੈ, ਬੜੀ ਉਹਦੇ ਕੋਲੇ ਪਦਵੀ ਹੈ, ਬੜੀ ਉਹਦੇ ਕੋਲ ਵਿਦਿਆ ਹੈ, ਬੜਾ ਉਹਦੇ ਕੋਲੇ ਵੱਡਾ ਅਹੁਦਾ ਹੈ, ਦੁਨੀਆਦਾਰੀ ਦੇ ਵਿੱਚ, ਸਮਾਜ ਦੇ ਵਿੱਚ ਹੈ, ਰਾਜਨੀਤੀ ਦੇ ਵਿੱਚ ਹੈ, ਧਰਮ ਦੇ ਵਿੱਚ ਹੈ, ਤਿੰਨੋਂ ਜਗ੍ਹਾ ਤੇ ਅਹੁਦਾ ਹੈ। ਪਰ ਸੱਚ ਜਾਣਿਓ, ਚੋਰ ਤੋਂ ਐਡਾ ਵੱਡਾ ਖਤਰਾ ਨਹੀਂ ਹੈ ਜਿੱਡਾ ਵੱਡਾ ਖਤਰਾ ਇੱਕ ਵਿਦਿਆਦਾਰ ਮਨੁੱਖ ਤੋਂ ਬਣ ਜਾਂਦਾ ਹੈ। ਚੋਰ ਤੋਂ ਵੱਧ ਖਤਰਨਾਕ ਕੌਣ ਹੈ? ਜਿਹੜਾ ਕਿਸੇ ਅਹੁਦੇ ਤੇ ਬੈਠਾ ਹੈ, ਪਦਵੀ ਤੇ ਬੈਠਾ ਹੈ, ਜਿਨ੍ਹਾਂ ਨੂੰ ਸਮਾਜ ਦੇ ਵਿੱਚ ਕੋਈ ਪਦਵੀ ਮਿਲੀ ਹੈ, ਜਾਂ ਰਾਜਨੀਤੀ ਦੇ ਵਿੱਚ ਪਦਵੀ ਮਿਲੀ ਹੈ, ਜਾਂ ਕਿਸੇ ਨੂੰ ਧਰਮ ਦੇ ਵਿੱਚ ਪਦਵੀ ਮਿਲੀ ਹੈ। ਚੋਰ ਇੱਕ ਘਰ ਦੇ ਵਿੱਚ ਵੜੇ ਤੇ ਇੱਕ ਘਰ ਦੇ ਵਿੱਚੋਂ ਚੋਰੀ ਕਰਕੇ ਧਨ ਲੁੱਟ ਕੇ ਲੈ ਜਾਵੇਗਾ। ਜਿਹੜਾ ਬੰਦਾ ਬਹੁਤੀ ਵਿਦਿਆ ਵਾਲਾ, ਸਮਾਜ ਦੇ, ਰਾਜਨੀਤੀ ਦੇ, ਧਰਮ ਦੇ ਵੱਡੀ ਪਦਵੀ ਤੇ ਬੈਠਾ ਹੈ, ਜੇ ਉਹ ਕਿਸੇ ਘਰ ਦੇ ਵਿੱਚ ਵੜ ਗਿਆ, ਉਹ ਨਗਰ ਦੇ ਨਗਰ ਉਜਾੜ ਕੇ ਰੱਖ ਦਿੰਦਾ ਹੈ। ਤੋ ਇਸ ਤੋਂ ਭਾਵ ਹੈ ਕਿ ਚੋਰ ਤੋਂ ਵੱਧ ਖਤਰਨਾਕ ਕੌਣ ਹੈ? ਜਿਹੜਾ ਕਿਸੇ ਅਹੁਦੇ ਤੇ ਬੈਠਾ ਹੈ। ਤੇ ਚੋਰ ਜਦ ਚੋਰੀ ਕਰ ਲੈਂਦੇ ਨੇ, 10 ਚੋਰਾਂ ਨੇ ਚੋਰੀ ਕਰ ਲਈ ਬਹੁਤ ਵੱਡੀ, ਉਹ ਧਨ ਵੰਡਿਆ, ਲੜੇ ਨਹੀਂ ਹੈ ਚੋਰ। ਕਦੇ ਸਮਾਜ ਦੇ ਵਿੱਚ ਐਸਾ ਕਰਮ ਨਹੀਂ ਦੇਖਿਆ ਕਿ ਚੋਰਾਂ ਨੇ 10 ਚੋਰਾਂ ਨੇ ਚੋਰੀ ਕਰ ਲਈ, ਜਦੋਂ ਆਪਸ ਵਿੱਚ ਦੀ ਪੈਸੇ ਵੰਡਣ ਲੱਗੇ ਤੇ ਆਪਸ ਵਿੱਚ ਦੀ ਲੜ ਪਏ ਤੇ ਪੁਲਿਸ ਨੇ ਉਹਨਾਂ ਨੂੰ ਪਕੜ ਲਿਆ। ਐਸਾ ਕਦੀ ਨਹੀਂ ਹੋਇਆ। ਸਮਾਜ ਦੇ ਵਿੱਚ, ਧਰਮ ਦੇ ਵਿੱਚ, ਰਾਜਨੀਤੀ ਦੇ ਵਿੱਚ ਇਹ ਲੜਾਈਆਂ ਆਮ ਹੁੰਦੀਆਂ ਨੇ। ਇਹ ਲੜਾਈਆਂ ਆਮ ਹੁੰਦੀਆਂ ਨੇ। ਜਿਨ੍ਹਾਂ ਦੇ ਕੋਲ ਅਹੁਦੇ ਨੇ, ਜਿਹੜੇ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਨੇ, ਅਹੁਦੇਦਾਰ ਨੇ,
ਚੰਗੇ ਅਖਵਾਉਂਦੇ ਨੇ, ਸਮਾਜ ਨੇ ਉਹਨਾਂ ਨੂੰ ਕਿਸੇ ਅਹੁਦੇ 'ਤੇ ਬਿਠਾਇਆ ਹੋਇਆ ਹੈ। ਗਜਬ ਦੀ ਗੱਲ ਹੈ ਕਿ ਉਹ ਇਸ ਚੀਜ਼ਾਂ ਪਿੱਛੇ ਆਪਸ ਵਿੱਚ ਦੀ ਲੜਦੇ ਦੇਖੇ ਨੇ, ਝਗੜਦੇ ਦੇਖੇ ਨੇ। ਗੁਰੂ ਵੱਲੋਂ ਦਿੱਤੀ ਹੋਈ ਦਸਤਾਰ ਵੀ ਉਹਨਾਂ ਦੀ ਉਤਰ ਜਾਂਦੀ ਹੈ। ਉਹ ਇਹਨਾਂ ਪਿੱਛੇ ਝਗੜਦੇ ਦੇਖੇ ਨੇ। ਤੋ ਸਭ ਤੋਂ ਵੱਧ ਚੋਰ ਤੋਂ ਵੱਧ ਖਤਰਨਾਕ ਕੌਣ ਹੈ? ਅਗਰਵਾਈਜ਼ ਜੇ ਚੋਰ ਸੱਜਣ ਬਣ ਸਕਦਾ ਹੈ ਤੇ ਜਿਹੜਾ ਸੱਜਣ ਪਹਿਲਾਂ ਬਣਿਆ ਬੈਠਾ ਹੈ, ਜੇ ਕਿਤੇ ਉਹ ਚੋਰ ਬਣ ਗਿਆ ਤੇ ਸਮਾਜ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਜਾਂਦਾ ਹੈ। ਉਸ ਤੋਂ ਸਮਾਜ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਜਾਂਦਾ ਉਸ ਤੋਂ। ਤੇ ਮਨੁੱਖ ਇਸ ਗੱਲ ਤੇ ਖੜਾ ਹੈ ਕਿ ਮੈਨੂੰ ਕੋਈ ਨਾ ਕੋਈ ਸਮਾਜ ਦੇ ਵਿੱਚ ਵੱਡਾ ਅਹੁਦਾ ਮਿਲ ਜੇ। ਤੇ ਅਹੁਦੇਦਾਰ ਜਦੋਂ ਕੋਈ ਕਰਮ ਕਰਦੇ ਨੇ ਤੇ ਉਹ ਕਰਮ ਐਸਾ ਕਰਦੇ ਨੇ, ਫਿਰ ਅਹੁਦੇਦਾਰ ਉਸ ਤੋਂ ਵੱਡੀਆਂ ਚੋਰੀਆਂ ਕਰਦੇ ਨੇ। ਕਿਉਂਕਿ ਸਮਾਜ ਦੇ ਵਿੱਚ ਹਰ ਇੱਕ ਮਨੁੱਖ ਦੀ ਚੋਰ ਹੈ। ਕਮਾਲ ਦੀ ਗੱਲ ਹੈ, ਅਸੰਖ ਚੋਰ ਹਰਾਮਖੋਰ। ਤੇ ਗੱਲ ਸਿਰਫ ਮੌਕੇ ਤੇ ਹੈ ਕਿ ਜਿਨ੍ਹਾਂ ਨੂੰ ਜਿੰਨਾ ਕੁ ਮੌਕਾ ਮਿਲਿਆ ਉਹਨੇ ਓਡੀ ਚੋਰੀ ਕਰ ਲਈ, ਜਿਨ੍ਹਾਂ ਨੂੰ ਉਸ ਤੋਂ ਵੱਡਾ ਮੌਕਾ ਮਿਲਿਆ ਉਹਨਾਂ ਨੇ ਓਡੀ ਚੋਰੀ ਕਰ ਲਈ, ਜਿਹਨੂੰ ਸਭ ਤੋਂ ਵੱਡਾ ਮੌਕਾ ਮਿਲਿਆ ਉਹਨਾਂ ਨੇ ਓਨੀ ਚੋਰੀ ਕਰ ਲਈ। ਕਿਸੇ ਚੋਰ ਨੇ ਇਕੱਲਾ ਘਰ ਲੁੱਟਿਆ, ਦੁਕਾਨ ਲੁੱਟੀ ਹੈ, ਕਿਸੇ ਨੇ ਆਪਣੇ ਨਗਰ ਨੂੰ ਲੁੱਟਿਆ, ਕਿਸੇ ਦੇ ਹੱਥ ਦੇ ਵਿੱਚ ਸਟੇਟ ਆ ਗਈ ਉਹਨੇ ਸਟੇਟ ਲੁੱਟ ਲਈ, ਜਿਹਦੇ ਹੱਥ ਦੇ ਵਿੱਚ ਪੂਰਾ ਦੇਸ਼ ਆ ਗਿਆ ਉਹਨੇ ਪੂਰਾ ਦੇਸ਼ ਲੁੱਟ ਲਿਆ। ਤਾਂ ਗੱਲ ਸਿਰਫ ਮੌਕੇ ਦੀ ਹੈ ਕਿ ਜਦੋਂ ਮੌਕਾ ਮਿਲਿਆ। ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਤੇ ਨਹੀਂ ਚੋਰ, ਜਿਨ੍ਹਾਂ ਨੂੰ ਮੌਕਾ ਮਿਲਿਆ, ਜਿੰਨਾ ਕੁ ਮੌਕਾ ਮਿਲਿਆ ਉਨੀ ਕੁ ਲੁੱਟ ਉਹਨਾਂ ਨੇ ਮਚਾਈ ਹੋਈ ਹੈ। ਸਮਾਜ ਨੂੰ ਸਭ ਤੋਂ ਵੱਧ ਖਤਰਾ ਉਸ ਤੋਂ ਹੈ ਜਿਹੜਾ ਸੱਜਣ ਤੋਂ ਚੋਰ ਬਣੇ। ਚੋਰ ਜਿਹੜਾ ਹੈ ਉਹ ਤੋਂ ਇੰਨਾ ਖਤਰਾ ਨਹੀਂ ਹੈ ਜਦੋਂ ਸੱਜਣ ਤੋਂ ਕੋਈ ਚੋਰ ਬਣਦਾ, ਜਿਹੜਾ ਸੱਜਣ ਤੋਂ ਖਤਰਾ ਹੈ। ਜਿਹਨੂੰ ਸੱਜਣ ਸਮਾਜ ਦੇ ਵਿੱਚ ਬਣਾਇਆ ਜਾਂਦਾ ਹੈ ਕਿ ਇਹ ਤੇ ਬਹੁਤ ਵੱਡਾ ਅਹੁਦੇਦਾਰ ਹੈ, ਬਹੁਤ ਵੱਡਾ ਸਿਆਣਾ ਮਨੁੱਖ ਹੈ, ਸੂਝਵਾਨ ਹੈ, ਪੜ੍ਹਿਆ ਲਿਖਿਆ ਹੈ, ਜਿਨ੍ਹਾਂ ਨੂੰ ਬੜੇ ਵੱਡੇ ਅਹੁਦੇ ਦੇ ਦਿੱਤੇ ਜਾਂਦੇ ਨੇ, ਉਹਨਾਂ ਤੋਂ ਓਡਾ ਹੀ ਵੱਡਾ ਖਤਰਾ ਜਿਹੜਾ ਸਮਾਜ ਨੂੰ ਪੈਦਾ ਹੋ ਜਾਂਦਾ ਹੈ। ਤਾਂ ਮਨੁੱਖ ਤੇ ਹਾਸਲ ਕਰਦਾ ਹੈ ਦੁਨੀਆ ਦੇ ਵਿੱਚ ਕਿ ਮੇਰੀ ਪ੍ਰਭਤਾ ਹੋਵੇ, ਪ੍ਰਭਤਾ ਹੋਵੇ ਕਿ ਮੈਨੂੰ ਸਮਾਜ ਦੇ ਲੋਕ ਚੰਗਾ ਕਹਿਣ। ਜੋਬਨ ਧਨ ਪ੍ਰਪੱਤਾ ਕਹਿ ਮਦ ਮੈਂ ਅਹਨਿਸ ਰਹਿ ਦੀਵਾਨਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਜਿਨ੍ਹਾਂ ਨੂੰ ਜੋਬਨ ਦਾ, ਧਨ ਦਾ ਅਤੇ ਪ੍ਰਭਤਾ ਦਾ ਨਸ਼ਾ ਚੜ੍ਹ ਗਿਆ, ਇਹ ਨਸ਼ਾ ਕਦੇ ਉਤਰੇਗਾ ਨਹੀਂ, ਨਹੀਂ ਉਤਰੇਗਾ। ਤੋ ਜਦ ਕਿਸੇ ਵੱਡੇ ਅਹੁਦੇਦਾਰ ਨੂੰ ਜਦ ਉਹ ਠੱਗੀਆਂ ਕਰਦਾ ਹੈ, ਚੋਰੀਆਂ ਕਰਦਾ ਹੈ, ਝੂਠ ਮਾਰਦਾ ਹੈ, ਤੋ ਸਮਾਜ ਉਹਨੂੰ ਕਹਿੰਦਾ ਕਿ ਤੂੰ ਆਪਣੇ ਅਹੁਦੇ ਤੋਂ ਹੁਣ ਥੱਲੇ ਉਤਰ ਜਾ। ਪਰ ਉਹ ਆਪਣੇ ਅਹੁਦੇ ਤੋਂ ਉਤਰਨਾ ਨਹੀਂ ਚਾਹੁੰਦਾ, ਉਤਰਨਾ ਨਹੀਂ ਚਾਹੁੰਦਾ। ਇਹੋ ਜਿਹੇ ਸੱਜਣ ਜਿਹੜੇ ਸੱਜਣ ਬਣ ਕੇ ਠੱਗ ਬਣਦੇ ਨੇ, ਇਹਨਾਂ ਵਾਸਤੇ ਜੇਲ੍ਹ ਖਾਨੇ ਵੀ ਕੁਛ ਨਹੀਂ ਹੈ, ਇਹਨਾਂ ਵਾਸਤੇ ਹੱਥ ਕੜੀਆਂ ਵੀ ਕੁਛ ਨਹੀਂ ਹੈ। ਸਮਾਜ ਚਾਹੁੰਦਾ ਕਿ ਤੂੰ ਉਤਰ ਜਾ, ਅਹੁਦਾ ਛੱਡ ਦੇ, ਤੂੰ ਚੋਰੀ ਕਰਦਾ, ਤੂੰ ਠੱਗੀ ਕਰਦਾ, ਤੂੰ ਬੇਈਮਾਨੀ ਕਰਦਾ ਹੈ, ਪਰ ਉਹ ਆਪਣੇ ਅਹੁਦੇ ਨੂੰ ਕਦੇ ਛੱਡਦਾ ਨਹੀਂ। ਕਮਾਲ ਦੀ ਗੱਲ ਹੈ, ਚੋਰ ਇੱਕ ਘਰ ਦੇ ਵਿੱਚ ਇੱਕ ਦਿਨ ਚੋਰੀ ਕਰ ਲਏ, ਸ਼ਾਇਦ ਹੋ ਸਕਦਾ ਹੈ ਕਿ 1 ਸਾਲ ਵਾਸਤੇ ਉਹ ਚੋਰ ਉਸੇ ਘਰ ਦੇ ਵਿੱਚ ਦੁਬਾਰੇ ਨਾ ਆਵੇ। ਇੱਕ ਚੋਰ ਨੇ ਇੱਕ ਘਰੇ ਚੋਰੀ ਕਰ ਲਈ, ਹੋ ਸਕਦਾ ਹੈ ਕਿ ਸਾਲ ਦੁਬਾਰੇ ਉਹੀ ਚੋਰ ਉਸੇ ਘਰ ਦੇ ਵਿੱਚ ਨਾ ਆਵੇ। ਜਿਹਨੂੰ ਵੱਡੇ ਸਮਾਜ ਦੇ ਵਿੱਚ ਉਹਦੇ ਮਿਲੇ ਹੋਏ ਨੇ, ਇਹ ਨਿੱਤ ਦੀ ਨਿੱਤ ਉਸੇ ਜਗ੍ਹਾ ਨੂੰ ਲੁਟੇਰੇ ਬਣ ਕੇ ਲੁੱਟਦੇ ਨੇ, ਤੇ ਔਰ ਇਹ ਜਗ੍ਹਾ ਨੂੰ ਉਹ ਛੱਡਣਾ ਨਹੀਂ ਚਾਹੁੰਦੇ। ਭਾਵੇਂ ਦੁਨੀਆ ਉਹਨਾਂ ਨੂੰ ਕਿੰਨਾ ਵੀ ਮੁਰਦਾਬਾਦ ਕਿਉਂ ਨਾ ਕਹੇ, ਨਹੀਂ ਛੱਡਦੇ, ਨਹੀਂ ਛੱਡਣਗੇ। ਤੋ ਇਸ ਤੋਂ ਭਾਵ ਕਿ ਇੱਕ ਚੋਰ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਸਾਡਾ ਇਤਿਹਾਸ ਭਰਿਆ ਪਿਆ ਹੈ ਕਿ ਚੋਰ ਗੁਰੂ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਆਇਆ, ਉਹਨੂੰ ਸਤਿਗੁਰੂ ਮਹਾਰਾਜ ਜੀਆਂ ਨੇ ਸ਼ਬਦ ਦੇ ਕੇ
ਉਹਨੂੰ ਸੀ ਜਿਹੜਾ ਬਖਸ਼ ਦਿੱਤਾ। ਇੱਕ ਸੱਜਣ ਸੀ ਜਿਨ੍ਹਾਂ ਨੇ ਆਪਣੇ ਅਹੁਦੇ ਨਹੀਂ ਛੱਡੇ, ਭਲਕੇ ਆਪਣੇ ਅਹੁਦਿਆਂ ਦੇ ਹੁੰਦਿਆਂ ਹੋਇਆਂ ਵੀ ਉਹ ਜਿੰਨਾ ਕੁ ਅਟੈਕ ਕਰ ਸਕਦੇ ਸੀ ਉਹਨਾਂ ਨੇ ਕੀਤਾ। ਪ੍ਰਿਥੀ ਚੰਦ ਜਿੰਨਾ ਕੁ ਅਟੈਕ ਕਰ ਸਕਦਾ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਸਾਰੀ ਜ਼ਿੰਦਗੀ ਕਰਦਾ ਰਿਹਾ। ਔਰ ਵਕਤੀ ਤੌਰ ਤੇ ਅਕਸਰ ਝੂਠ ਹੈ ਜਿਹੜਾ ਇਹ ਜਿੱਤ ਜਾਂਦਾ ਹੈ। ਵਕਤੀ ਤੌਰ ਤੇ ਜਿੱਤੇ ਨੇ। ਪ੍ਰਹਿਲਾਦ ਦੇ ਪਿਤਾ ਨੇ ਪਹਾੜਾਂ ਤੋਂ ਪ੍ਰਹਿਲਾਦ ਨੂੰ ਰੋੜਿਆ ਗਿਆ, ਸੰਗਲਾਂ ਦੇ ਨਾਲ ਬੰਨ੍ਹਿਆ ਗਿਆ। ਵਕਤੀ ਤੌਰ ਤੇ ਜਿੱਤਦਾ ਰਿਹਾ। ਸਭ ਨੇ ਕਿਹਾ ਕਿ ਹਰਨਾਕਸ਼ ਕੀ ਕਰ ਰਿਹਾ। ਵਕਤੀ ਤੌਰ ਤੇ ਬਾਬਰ ਕੁਰਸੀ ਤੇ ਬੈਠਾ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਵਕਤੀ ਤੌਰ ਤੇ ਜਹਾਂਗੀਰ ਤਖਤ ਤੇ ਬੈਠਾ ਹੈ, ਕੁਰਸੀ ਤੇ ਬੈਠਾ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਤੀ ਤਵੀ ਤੇ ਬੈਠੇ ਨੇ। ਵਕਤੀ ਤੌਰ ਤੇ ਔਰੰਗਜ਼ੇਬ ਵੱਡੇ ਤਖਤ ਤੇ ਬੈਠਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸੀਸ ਕੱਟਿਆ ਜਾ ਰਿਹਾ ਹੈ। ਵਕਤੀ ਤੌਰ ਤੇ ਵਜ਼ੀਰ ਖਾਂ ਸੂਬੇ ਸਰਹੰਦ ਵਾਲੇ ਸਾਰੇ ਦੇ ਸਾਰੇ ਕੁਰਸੀਆਂ ਤੇ ਬੈਠੇ ਨੇ। ਵਕਤੀ ਤੌਰ ਤੇ ਸਾਹਿਬਜ਼ਾਦਿਆਂ ਨੂੰ ਜਿੰਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਹੈ। ਅਕਸਰ ਜਿਹੜਾ ਇਹ ਝੂਠ ਹੈ ਇਹ ਵਕਤੀ ਤੌਰ ਤੇ ਜਿੱਤ ਜਾਂਦਾ ਹੈ। ਵਕਤ ਦੇ ਤੌਰ ਤੇ ਝੂਠ ਜਿੱਤਦਾ ਹੈ। ਤੇ ਅੱਜ ਕੋਈ ਜਹਾਂਗੀਰ ਨੂੰ ਨਹੀਂ ਪੁੱਛ ਰਿਹਾ, ਕੋਈ ਬਾਬਰ ਨੂੰ ਨਹੀਂ ਪੁੱਛ ਰਿਹਾ, ਕੋਈ ਔਰੰਗਜ਼ੇਬ ਨੂੰ ਨਹੀਂ ਪੁੱਛ ਰਿਹਾ, ਤੇ ਗੁਰੂ ਨਾਨਕ ਦੇ ਘਰ ਦੀਆਂ ਹਰ ਇੱਕ ਜਗ੍ਹਾ ਤੇ ਹਰ ਇੱਕ ਕੋਨੇ ਤੇ ਜੈ ਜੈਕਾਰਾਂ ਹੋ ਰਹੀਆਂ ਨੇ। ਅੱਛਾ, ਵਕਤੀ ਤੌਰ ਤੇ ਝੂਠ ਜਿੱਤਿਆ। ਮਨੁੱਖ ਨੂੰ ਸਾਰੀ ਜ਼ਿੰਦਗੀ ਇਹ ਚੀਜ਼ ਦਾ ਭੁਲੇਖਾ ਰਹਿੰਦਾ ਹੈ ਕਿ ਮੈਂ ਅੱਜ ਜਿੱਤ ਕੇ ਆਇਆ। ਆਮ ਦੁਨੀਆ ਦੇ ਵਿੱਚ, ਸਮਾਜ ਦੇ ਵਿੱਚ ਇਹ ਗੱਲ ਆਮ ਚੱਲਦੀ ਹੈ ਕਿ ਦੋ ਧਿਰਾਂ ਦੀ ਆਪਸੀ ਲੜਾਈ ਹੋਈ, ਉਸ ਲੜਾਈ ਦੇ ਵਿੱਚ ਅੱਜ ਮੈਂ ਜਿੱਤ ਕੇ ਆਪਣੇ ਘਰ ਦੇ ਵਿੱਚ ਆਇਆ। ਇਹ ਮੈਥੋਂ ਝੂਠਾ ਸੀ ਤਾਂ ਅੱਜ ਬੰਦਿਆਂ ਦੇ ਸਾਹਮਣੇ ਹਾਰ ਗਿਆ। ਸਾਰੀ ਜ਼ਿੰਦਗੀ ਮਨੁੱਖ ਇਸੇ ਦੁਬਿਧਾ ਦੇ ਵਿੱਚ ਰਹਿ ਜਾਂਦਾ ਹੈ ਕਿਉਂਕਿ ਇਹ ਝੂਠ ਦਾ ਬੁਲੰਦਾ ਆਪ ਹੈ। ਇਸ ਕਰਕੇ ਝੂਠ ਦਾ ਬੁਲੰਦਾ ਝੂਠ ਨੂੰ ਇਹਦੇ ਨਾਲ ਉਹਦਾ ਨੇਹੋ ਚੱਲ ਜਾਂਦਾ ਹੈ। ਝੂਠੇ ਬੰਦੇ ਦਾ ਝੂਠੇ ਦੇ ਨਾਲ ਨੇਹੋ ਚੱਲ ਜਾਂਦਾ ਹੈ। ਉਹਨਾਂ ਦਾ ਆਪਸੀ ਗੂੜਾ ਸੰਬੰਧ ਪੈ ਜਾਂਦਾ ਹੈ। ਜਿਵੇਂ ਬੱਚਾ ਹੈ, ਇੱਕ ਬੱਚੇ ਦਾ ਬੱਚੇ ਦੇ ਨਾਲ ਗੂੜਾ ਸੰਬੰਧ ਹੋਊਗਾ। ਖੇਲਣ ਵਾਸਤੇ ਬੱਚੇ ਨੂੰ ਬੱਚਾ ਚਾਹੀਦਾ ਹੈ। ਇੱਕ ਨੌਜਵਾਨ ਹੈ, ਉਹਨੂੰ ਬੈਠਣ ਵਾਸਤੇ, ਗੱਲਾਂ ਬਾਤਾਂ ਕਰਨ ਵਾਸਤੇ ਇੱਕ ਨੌਜਵਾਨ ਦੀ ਲੋੜ ਪੈਂਦੀ ਹੈ। ਵਕਤੀ ਤੌਰ ਤੇ ਦੋਨੇ ਬੈਠ ਕੇ ਗੱਲਾਂ ਕਰਦੇ ਨੇ। ਬੱਚਾ ਕਦੇ ਨੌਜਵਾਨਾਂ 'ਚ ਨਹੀਂ ਬਹਿੰਦਾ, ਨੌਜਵਾਨ ਕਦੇ ਬੁੱਢਿਆਂ ਦੇ ਵਿੱਚ ਨਹੀਂ ਬਹਿੰਦੇ, ਕਿਉਂਕਿ ਉਹਨਾਂ ਨੂੰ ਜਿਹੋ ਜਿਹਾ ਚਾਹੀਦਾ ਉਹਨਾਂ ਨੂੰ ਉੱਥੋਂ ਹੀ ਮਿਲਦਾ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਵਕਤੀ ਤੌਰ ਤੇ ਹਮੇਸ਼ਾ ਹੀ ਝੂਠ ਦੀ ਜਿੱਤ ਹੁੰਦੀ ਹੈ। ਸਾਰੀ ਜ਼ਿੰਦਗੀ ਮਨੁੱਖ ਇਸ ਭੁਲੇਖੇ ਦੇ ਵਿੱਚ ਕੱਢ ਦਿੰਦਾ ਹੈ ਕਿ ਮੈਂ ਅੱਜ ਜਿੱਤ ਗਿਆ, ਮੈਂ ਤੇ ਬਹੁਤ ਵੱਡਾ ਸੱਚਾ। ਤਾਂ ਫਿਰ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੱਕ ਇਤਿਹਾਸ ਫਰੋਲ ਕੇ ਦੇਖ ਲਿਆ ਕਰੋ ਕਿ ਵਕਤੀ ਤੌਰ ਤੇ ਝੂਠ ਜਿੱਤਦਾ ਹੈ। ਝੂਠ ਦੀ ਜਿੱਤ ਹੁੰਦੀ ਹੈ, ਸੱਚ ਦੀ ਨਹੀਂ। ਵਕਤੀ ਤੌਰ ਤੇ ਜਿੱਤੇ। ਤਾਂ ਇੱਕ ਚੋਰ ਨੂੰ ਸੰਤ ਬਣਾਇਆ ਜਾ ਸਕਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਹਿੰਦੇ ਕਿ ਜੇ ਤੈਨੂੰ ਆਪਣੀ ਕੀਤੀ ਕਰਨੀ ਤੇ ਪਛਤਾਵਾ ਹੈ ਤੇ ਤੂੰ ਚਲਿਆ ਜਾ ਕਾਬਲ ਕੰਧਾਰ ਦੇ ਵਿੱਚ। ਤੂੰ ਚਲਿਆ ਜਾ ਕਾਬਲ ਕੰਧਾਰ ਦੇ ਵਿੱਚ, ਉੱਥੇ ਤੂੰ ਬੈਠ ਕੇ ਨਾਮ ਸਿਮਰਨ ਬੰਦਗੀ ਕਰਦਾ ਰਹੀਂ, ਤੇਰਾ ਸਮਾਜ ਦੇ ਵਿੱਚ ਭਲਾ ਹੋ ਜਾਊਗਾ।
एक चोर नूं पनाह दे के संत बना दिता है गुरु हरकृष्ण साहिब जी महाराज ने। पर जेड़ा मनुख अपनी विद्या दे सहारे, अपनी सियाणप दे सहारे, अपने अहुदे दे सहारे लम्मा टाइम किसी जगह ते बैठ के चोरियां करता रहिंदा, ऐसा मनुख अहुदे नूं नहीं छड्डदा। अहुदा नहीं छड्डेगा वो, भावें समाज दे विच होवे, धर्म दे विच होवे, भावें राजनीति दे विच होवे, दुनिया भावें किन्ना भी उहदा मुर्दाबाद क्यों ना करे। ते गुरु साहिब जी महाराज ये बचन करते हैं, गुरु नानक देव साहिब जी महाराज ने, असंख चोर हराम खोर असंख अमर कर जाहे जो, कि जे एक मनुख चोर बने ਉਹਦੇ समाज वास्ते वो बहुत वड्डा खतरा नहीं है। पर जे एक पढ़िया लिखिया अहुदेदार मनुख चोर बन जे, समाज वास्ते बहुत वड्डा खतरा पैदा हो जाता है। मौजूदा हालात समाज दे अज ऐसे तरह चल रहे हैं। कमाल की गल है कि दुनिया ते अज मुर्दाबाद मुर्दाबाद कह रही है। ते गुरु नानक देव साहिब जी महाराज ने बहुत लम्मे साल पहले ही दस दिता सी भी तुहाडे नाल समाज दे नाल ये होगा, अगरवाइज जे तुसी किसी नूं बहुत वड्डा अहुदा देओगे ते उस अहुदे ते किसी चोर नूं बिठाओगे ते तुहानूं सारिआं नूं लुट के खावेगा, सारिआं नूं लुट के खावेगा। तो अज समाज दे विच, धर्म दे विच, राजनीति दे विच वड्डे वड्डे अहुदेदार बैठे हन ते उन्हां ने जिन्ना जिन्ना क मौका किसी नूं मिलदा है वो सारे समाज नूं बड़े सुचज्जे ढंग दे नाल, बड़ी अपनी सियाणप दे नाल, बड़े सूझवान बन के समाज नूं लुट रहे ने। भलके समाज नूं पता तक भी नहीं लगन दिंदे कदों लुटेरे लुट के लै जांदे ने। पर ये छोटे चोरां वास्ते हथकड़ियां ने, पुलिस है, जेल खाने है, उन्हां वास्ते कोई हथकड़ियां पुलिस जेल खाने नहीं है। गुरु हरकृष्ण साहिब जी महाराज उस चोर नूं कहन लगे कि तू हुण इस तो एक कर्म नूं छड्ड के काबल दे विच चलिया जा ते उत्थे जाके सिमरन बंदगी कर ते तू संत वाली पदवी प्राप्त कर लेगा। एक घर, ये दर वो है जेड़े घर दे विच चोरां नूं संत बनाया जाता है। पर जे किते संत चोर बन जे तो बहुत वड्डा समाज वास्ते खतरा पैदा हो जाता है। तो इस दे विच भावें इस दे अगे बोल होर भी ने कि वो काबल दे विच गया, उन्हें किवें किवें की कीता, संत किवें बनिया गुरु दे शब्द दे नाल। कमाल दी गल है कि गुरु नानक दे घर दा इतिहास जद फरोलिया जाता है, उहदा एक पक्ष नहीं, जब दोने पक्ष बराबर रखे जाते हैं ना, फिर पता लगता है कि जेड़ा मनुख चोरी दे विच पकड़िया गया, जेल खाने विच पाया गया, वो गलत है, जां किते चोर होर भी बहुत बड़े बड़े उस तो बैठे ने जिहड़े पकड़े नहीं जा रहे। कोई जानवर हुंदा है, छोटे छोटे जानवरां नूं खा के अपना गुजारा कर लैंदा है। कोई वेल मच्छी हुंदी है, पूरे दे पूरे जानवरां दा जिहड़ा मंडली है वो सारी मंडली नूं खा जाती है। कमाल दी गल है। सो इस दे विच शब्द होर भी बड़े ने, तो शायद आप जी समझ जाते होंगे कि रहस्य दे विच, रमज दे विच अक्सर कहा की जा रहा है। तो गुरु साहिब जी महाराज किरपा करते हैं, अपने कोल जिन्ना क समा हुंदा है उन्ना क समा ही आपां सुहावना बनाउण दे यतन करते हाँ। गुरु साहिब जी महाराज किरपा करते हैं, तुच्छ बुद्धि दे नाल आप सारियां संगतां दे चरण झाड़े ने। अनेक प्रकार दीयां भुल्लां आप सारियां संगतां ने खिमा बख्शनियां। प्रेम दे नाल सारी संगत बुलायो फतेह। वाहिगुरू जी का खालसा, वाहिगुरू जी की फतेह।